ਕਿ ਜਿਹੜੀ ਐਮਏ ਪੰਜਾਬੀ ਹੈ ਉਹਦੇ ਵਿੱਚ ਵਿਦਿਆਰਥੀ ਘਟਦੇ ਜਾ ਰਹੇ ਆ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਇਹ ਐਮਏ ਵਾਸਤੇ ਆ, ਤੁਹਾਨੂੰ ਕੱਢ ਦਿੱਤਾ ਜਾਵੇਗਾ। ਤੇ ਮੇਰੇ ਅੰਡਰ ਪੰਜਾਬ ਯੂਨੀਵਰਸਿਟੀ ਤੋਂ 4 ਵਿਦਿਆਰਥੀ ਪੀਐਚਡੀ ਕਰ ਰਹੇ ਆ। ਮੈਂ ਰਿਸਰਚ ਪ੍ਰੋਜੈਕਟ ਕਾਲਜ ਦਾ ਕਰ ਚੁੱਕੀ ਹਾਂ। ਮਤਲਬ ਐਵੇਂ ਦਾ ਕੋਈ ਅਕੈਡੈਮਿਕ ਕੰਮ ਨਹੀਂ ਜਿਹੜੀ ਅਸੀਂ ਕਸਰ ਛੱਡੀ ਹੋਵੇ ਕਰਨ ਦੀ, ਪਰ ਕਾਲਜ ਨੇ ਸਾਨੂੰ ਉਸ ਮੋੜ ਤੇ ਲਿਆ ਕੇ ਖੜੇ ਕਰ ਦਿੱਤਾ ਕਿ ਜਿੱਥੇ ਜ਼ਿੰਦਗੀ ਅੱਗੇ ਹਨੇਰਾ ਸੀ, ਹੋਰ ਕੁਝ ਨਹੀਂ। ਜਿਸ ਤਰ੍ਹਾਂ ਇਹਨਾਂ ਨੇ ਵਿਗਾੜਿਆ ਰੁਤਬਾ ਸਾਡਾ, 1 ਮਿੰਟ ਨਹੀਂ ਲਾਇਆ, ਉਹ ਚੀਜ਼ ਬਰਦਾਸ਼ਤ ਨਹੀਂ ਹੋਈ ਮੇਰੇ ਤੋਂ। ਮੈਂ 4 ਦਿਨ ਸੌਂ ਕੇ ਨਹੀਂ ਦੇਖਿਆ, 4-5 ਦਿਨ। ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰੇ ਬੱਚੇ ਨੇ, ਪਰ ਮੈਨੂੰ ਸਮਝ ਹੀ ਨਹੀਂ ਆਈ, ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਆਪਣੇ ਬੱਚਿਆਂ ਨੂੰ ਵੀ ਛੱਡ ਕੇ ਜਿਹੜੀ ਜਾਣ ਲਈ ਤਿਆਰ ਹੋ ਗਈ। ਇਸ ਹੱਦ ਤੱਕ ਇਹਨਾਂ ਨੇ ਮੈਨੂੰ ਮਾਨਸਿਕ ਲੈਵਲ ਤੇ ਜਿਹੜਾ ਪਰੇਸ਼ਾਨ ਕਰ ਦਿੱਤਾ ਸੀ। ਤਾਂ ਇੱਥੋਂ ਤੱਕ ਵੀ ਕਹੂੰਗੀ ਕਿ ਸਾਡੀ ਮੈਨੇਜਮੈਂਟ ਨੂੰ ਵੀ ਗੁੰਮਰਾਹ ਕੀਤਾ ਸਿਰਫ ਡਾਇਰੈਕਟਰ ਐਸਪੀ ਆਨੰਦ ਨੇ, ਕਿਉਂਕਿ ਮੈਂ ਪਿਛਲੇ 12 ਸਾਲ 13 ਸਾਲ ਤੋਂ ਉਸ ਮੈਨੇਜਮੈਂਟ ਦੇ ਨਾਲ ਕੰਮ ਕੀਤਾ। ਉਹ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀ ਪਿਛਲੇ 1 ਸਾਲ ਤੋਂ ਹੋ ਗਈ। ਮੈਡਮ ਕੀ ਗੱਲ ਬਣ ਗਈ ਸੀ? ਤੁਸੀਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਪਹਿਲਾਂ ਤਾਂ ਦੱਸੋ ਵੀ ਤੁਸੀਂ ਕਿੰਨਾ ਟਾਈਮ ਤੋਂ ਜਿਹੜੀ ਕਾਲਜ ਦੇ ਵਿੱਚ ਸੇਵਾ ਨਿਭਾ ਰਹੇ ਸੀ? ਸਰ, ਮੈਂ ਪਿਛਲੇ 13 ਸਾਲ ਤੋਂ ਇੱਥੇ ਰੈਗੂਲਰ ਪੋਸਟ ਤੇ ਪੰਜਾਬੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੀ ਹਾਂ। ਇਕੱਲੀ ਮੈਂ ਨਹੀਂ, ਅਸੀਂ ਤਿੰਨੋਂ ਟੀਚਰ ਹੀ, ਤਿੰਨੋਂ ਪ੍ਰੋਫੈਸਰ ਹੀ ਪਿਛਲੇ 13 ਸਾਲ ਤੋਂ ਪੱਕੀ ਨੌਕਰੀ ਤੇ ਹਾਂ। ਸਾਨੂੰ ਇੱਕ ਪ੍ਰੋਪਰ ਪ੍ਰੋਸੀਜਰ ਦੇ ਥਰੂ, ਯੂਨੀਵਰਸਿਟੀ ਪੈਨਲ ਦੇ ਥਰੂ ਇਸ ਕਾਲਜ ਵਿੱਚ ਲਿਆਂਦਾ ਗਿਆ। ਜਦੋਂ ਇਸ ਕਾਲਜ ਨੇ ਐਡਵਰਟਾਈਜ਼ਮੈਂਟ ਦਿੱਤੀ ਤਾਂ ਇਹਨਾਂ ਨੇ ਪੰਜਾਬੀ ਡਿਪਾਰਟਮੈਂਟ ਲਿਖਿਆ ਸੀ, ਕਿਤੇ ਵੀ ਕਿਸੇ ਕੋਰਸ ਦਾ ਜ਼ਿਕਰ ਨਹੀਂ ਕੀਤਾ। ਉਸ ਤੋਂ ਬਾਅਦ ਸਾਡੀ ਪ੍ਰੋਪਰ ਚੈਨਲ ਥਰੂ ਜੋ ਹੈਗਾ ਹੈ ਇਹਨਾਂ ਦਾ ਮੈਕੈਨਿਜ਼ਮ, ਜੋ ਮਤਲਬ ਅਪਰੂਵਲ ਹੈ, ਉਹ ਸਾਡੀ ਪੀਜੀ ਤੇ ਯੂਜੀ ਦੋਨਾਂ ਲਈ ਆਈ। ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਕਾਲਜ ਦੇ ਵਿੱਚ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਸੀ ਕਿ ਜਿਹੜੀ ਐਮਏ ਪੰਜਾਬੀ ਹੈ ਉਹਦੇ ਵਿੱਚ ਵਿਦਿਆਰਥੀ ਘਟਦੇ ਜਾ ਰਹੇ ਆ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਇਹ ਐਮਏ ਵਾਸਤੇ ਆ, ਤੁਹਾਨੂੰ ਕੱਢ ਦਿੱਤਾ ਜਾਵੇਗਾ। ਇਸ ਬਾਬਤ ਮੈਂ ਆਪਣੇ ਜਿਹੜੇ ਮੈਨੇਜਮੈਂਟ ਦੇ ਸੈਕਟਰੀ ਸੀ ਉਹਨਾਂ ਨੂੰ 2 ਵਾਰ ਮੇਲ ਕਰ ਚੁੱਕੀ ਹਾਂ। ਉਹਨਾਂ ਨੇ ਉਸ ਮੇਲ ਦਾ ਕੋਈ ਜਵਾਬ ਨਹੀਂ ਦਿੱਤਾ। ਤੇ ਡਾਇਰੈਕਟਰ ਐਸਪੀ ਆਨੰਦ ਜਿਹੜੇ ਵਾਰ-ਵਾਰ ਸਾਨੂੰ ਮੀਟਿੰਗ ਦੇ ਵਿੱਚ ਵਾਰ-ਵਾਰ ਸਟ੍ਰੈਸ ਦਿੰਦੇ ਸੀ ਕਿ ਤੁਹਾਨੂੰ ਹੁਣ ਕੱਢ ਦੇਣਾ ਹੈ, ਤੁਹਾਨੂੰ ਹੁਣ ਕੱਢ ਦੇਣਾ ਹੈ। ਉਹਨਾਂ ਨੂੰ ਵੀ ਮਿਲੇ ਅਸੀਂ ਕਿ ਸਰ ਸਾਡੀ ਕਿਤੇ ਵੀ ਸਿਲੈਕਸ਼ਨ ਜਿਹੜੀ ਹੈ ਉਹ ਐਮਏ ਵਾਸਤੇ ਨਹੀਂ ਹੈਗੀ, ਤੁਸੀਂ ਸਾਨੂੰ ਰੈਗੂਲਰ ਪੋਸਟ ਤੇ ਰੱਖਿਆ ਹੈ, ਕਿਰਪਾ ਕਰਕੇ ਸਾਨੂੰ ਇਸ ਤਰ੍ਹਾਂ ਤੰਗ ਨਾ ਕੀਤਾ ਜਾਵੇ। ਪਰ ਉਹਨਾਂ ਨੇ ਸਾਡੀ ਕੋਈ ਵੀ ਜਿਹੜੀ ਗੱਲ ਹੈ ਉਹ ਨਹੀਂ ਸੁਣੀ। ਜਿਹੜਾ ਅਖੀਰਲਾ ਫਰਮਾਨ ਸੀ ਉਹਨਾਂ ਦਾ, ਉਹ ਹੋ ਗਿਆ 31 ਜੁਲਾਈ ਨੂੰ ਜਾਰੀ। ਅਸੀਂ ਤਿੰਨੋਂ ਟੀਚਰ ਜਦੋਂ ਕਾਲਜ ਵਿੱਚ ਗਏ, ਸਾਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਇਹੋ ਜਿਹਾ ਕੁਝ ਹੋ ਜਾਏਗਾ। ਐਡਮਿਸ਼ਨ ਵਾਸਤੇ ਕਾਫੀ ਟੀਚਰ ਜਿਹੜੇ ਲੈਬ 'ਚ ਬੈਠੇ ਸੀ, ਤਿੰਨੋਂ ਅਸੀਂ ਵੀ ਬੈਠੇ ਸੀ। ਅਚਾਨਕ ਕਾਲ ਆਉਂਦੀ ਹੈ ਆਫਿਸ ਦੇ ਵਿੱਚੋਂ ਕਿ ਤੁਸੀਂ ਤਿੰਨੋਂ ਟੀਚਰ ਆ ਕੇ, ਤੁਹਾਡੀ ਇੱਕ ਲੈਟਰ ਹੈ ਤੇ ਆਪਣੀ ਲੈ ਜਾਓ। ਤੇ ਚਲੇ ਗਏ ਅਸੀਂ, ਪਤਾ ਸੀ ਸਾਨੂੰ ਕਿ ਜੋ ਕੁਝ ਇਹ ਕਰ ਰਿਹਾ। ਲੈਟਰ ਖੋਲ੍ਹੀ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਇਹ ਸਾਡੇ ਨਾਲ ਕੀ ਹੋ ਗਿਆ। ਮਤਲਬ ਸਾਡਾ ਜਿਹੜਾ ਪ੍ਰੈਜ਼ੈਂਟ ਤਾਂ ਗਵਾ ਹੀ ਦਿੱਤਾ, ਭਵਿੱਖ ਜਿਹੜਾ ਹੈ ਉਹ ਅੰਧੇਰੇ ਵਿੱਚ ਸਿੱਟ ਦਿੱਤਾ। ਤੇ ਕੁਝ ਉਸ ਟਾਈਮ 'ਤੇ ਸਾਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਕੀ ਕਰੀਏ। ਪਿਛਲੇ 13 ਸਾਲ ਤੋਂ ਅਸੀਂ ਇੱਥੇ ਹਾਂ। ਅਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਮੈਂ ਖੁਦ ਪੀਐਚਡੀ ਹਾਂ ਅਤੇ ਮੇਰੇ ਅੰਡਰ ਪੰਜਾਬ ਯੂਨੀਵਰਸਿਟੀ ਤੋਂ 4 ਵਿਦਿਆਰਥੀ ਪੀਐਚਡੀ ਕਰ ਰਹੇ ਆ। ਮੈਂ ਰਿਸਰਚ ਪ੍ਰੋਜੈਕਟ ਕਾਲਜ ਦਾ ਕਰ ਚੁੱਕੀ ਹਾਂ। ਮਤਲਬ ਐਵੇਂ ਦਾ ਕੋਈ ਅਕੈਡੈਮਿਕ ਕੰਮ ਨਹੀਂ ਜਿਹੜੀ ਅਸੀਂ ਕਸਰ ਛੱਡੀ ਹੋਵੇ ਕਰਨ ਦੀ, ਪਰ ਕਾਲਜ ਨੇ ਸਾਨੂੰ ਉਸ ਮੋੜ ਤੇ ਲਿਆ ਕੇ ਖੜੇ ਕਰ ਦਿੱਤਾ ਕਿ ਜਿੱਥੇ ਜ਼ਿੰਦਗੀ ਅੱਗੇ ਹਨੇਰਾ ਸੀ, ਹੋਰ ਕੁਝ ਨਹੀਂ। ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੁਣ ਟੀਚਰਾਂ ਦੀ, ਟੀਚਰ ਜਿਹੜੇ ਨੇ ਸਾਡੇ ਕੋਲੇ ਜਿਹੜਾ ਸਬਜੈਕਟ ਆ, ਉਹ ਕੋਰਸ ਆ, ਉਹ ਹੀ ਬੰਦ ਹੋ ਰਿਹਾ। ਪਰ ਤੁਸੀਂ ਕਿਹਾ ਵੀ ਉਸ ਕੋਰਸ ਲਈ ਨਹੀਂ ਅਸੀਂ ਜੁਆਇਨ ਕੀਤਾ, ਅਸੀਂ ਤਾਂ ਸਬਜੈਕਟ ਨੂੰ ਜੁਆਇਨ ਕੀਤਾ ਡਿਪਾਰਟਮੈਂਟ ਵਿੱਚ। ਪਰ ਉਹ ਗੱਲ ਇਹ ਕਹਿ ਕੇ ਆਪਣਾ ਪੱਲਾ ਝਾੜ ਰਿਹਾ, ਪਰ ਇਵੇਂ ਕਿਸੇ ਨੂੰ ਕੱਢਣਾ ਕੀ ਜਾਇਜ਼ ਸੀਗਾ? ਸਰ, ਜੋ ਰਾਸ਼ਟਰ ਇਹ ਕਹਿੰਦਾ ਹੈ ਨਾ ਸਾਨੂੰ ਅਧਿਆਪਕ ਦੀ ਲੋੜ ਨਹੀਂ, ਮੈਨੂੰ ਤਾਂ ਇਹ ਲੱਗਦਾ ਕਿ ਉਹ ਗਰਕ ਹੋਣ ਦੇ ਕਿਨਾਰੇ ਹੋ। ਅਤੇ ਦੂਜੇ ਨੰਬਰ 'ਤੇ ਤੁਸੀਂ ਜੇ ਇਹ ਗੱਲ ਕਹਿੰਦੇ ਹੋ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਕਾਲਜ ਦੇ ਵਿੱਚ ਪਿਛਲੇ ਸਾਲ 1650 ਵਿਦਿਆਰਥੀ ਸੀ ਜਿਹੜਾ ਸਾਰੇ ਦਾ ਸਾਰਾ ਪੰਜਾਬੀ ਪੜ੍ਹਦਾ ਸੀ। ਅਤੇ ਅਸੀਂ ਟੋਟਲ 4 ਟੀਚਰ ਹਾਂ ਡਿਪਾਰਟਮੈਂਟ ਦੇ ਵਿੱਚ, ਜਿਹਦੇ ਵਿੱਚੋਂ ਸੀਨੀਅਰ ਜਿਹੜੇ ਟੀਚਰ ਨੇ ਉਹ ਹੈਗੇ ਨੇ ਪ੍ਰੋਫੈਸਰ ਕੁਲਦੀਪ ਜੋ ਹੈੱਡ ਨੇ, ਅਤੇ ਉਸ ਤੋਂ ਦੂਜੇ ਨੰਬਰ 'ਤੇ ਮੈਂ ਆ, ਤੀਜੇ ਨੰਬਰ 'ਤੇ ਇੱਕ ਡਾਕਟਰ ਅਮਨਦੀਪ ਹੈ, ਅਤੇ ਚੌਥੇ 'ਤੇ ਇੱਕ ਅਡਹੌਕ ਟੀਚਰ ਹੈ ਯਾਦਵਿੰਦਰ। ਹੁਣ ਪਿਛਲੇ ਸਾਡੇ ਜਿਹੜੇ ਜੂਨੀਅਰ ਟੀਚਰ ਨੇ ਉਹਨਾਂ ਦੋਨਾਂ ਨੂੰ ਰੱਖ ਲਿਆ ਗਿਆ ਕਿ ਸਾਡੀ ਜ਼ਰੂਰਤ ਨਹੀਂ ਸੀ। ਮਤਲਬ ਇਸ ਚੀਜ਼ ਦੀ ਸਮਝ ਨਹੀਂ ਆਈ ਕਿ ਇਹਨਾਂ ਨੇ ਇਹ ਗੱਲ ਕਿਉਂ ਕਹੀ ਹੈ ਕਿ ਸਾਨੂੰ ਟੀਚਰਾਂ ਦੀ ਜ਼ਰੂਰਤ ਨਹੀਂ। ਇਹ ਹੈਰਾਨੀ ਵਾਲੀ ਗੱਲ। ਤੁਸੀਂ ਇਹ ਸਟੈਪ ਕਿਉਂ ਚੱਕਿਆ ਸੁਸਾਈਡ ਕਰਨ ਦਾ? ਕਿਉਂਕਿ ਜ਼ਿੰਦਗੀ ਨੂੰ ਖਤਮ ਕਰਨਾ ਕਿ ਇੱਕ ਕਾਲਜ ਨੇ ਤੁਹਾਨੂੰ ਕੱਢਤਾ ਔਰ ਤੁਸੀਂ 2-3 ਦਿਨਾਂ ਬਾਅਦ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਤੁਸੀਂ ਦਵਾਈ ਖਾ ਲਈ, ਉਹਨਾਂ ਗੋਲੀਆਂ ਨੂੰ ਖਾ ਲਿਆ।
ਇੰਨਾ ਹੀ ਦਿਮਾਗ ਦੇ ਉੱਪਰ ਡਿਪਰੈਸ਼ਨ ਆ ਗਿਆ ਕਿ ਤੁਹਾਨੂੰ ਸੁਸਾਈਡ ਕਰਨ ਲਈ ਮਜਬੂਰ ਹੋਣਾ ਪਿਆ? ਹਾਂਜੀ ਸਰ, ਇੰਨਾ ਹੀ ਆ ਗਿਆ ਜੀ। ਕਿਉਂਕਿ ਬੰਦਾ ਜਦੋਂ ਰੁਤਬਾ ਬਣਾਉਂਦਾ ਹੈ ਨਾ, ਰੁਤਬਾ ਬਣਾਉਂਦਿਆਂ ਬਹੁਤ ਟਾਈਮ ਲੱਗਦਾ ਹੈ। ਅਤੇ ਜਿਸ ਤਰ੍ਹਾਂ ਇਹਨਾਂ ਨੇ ਵਿਗਾੜਿਆ ਰੁਤਬਾ ਸਾਡਾ, 1 ਮਿੰਟ ਨਹੀਂ ਲਾਇਆ, ਅਤੇ ਉਹ ਚੀਜ਼ ਬਰਦਾਸ਼ਤ ਨਹੀਂ ਹੋਈ ਮੇਰੇ ਤੋਂ। ਮੈਂ 4 ਦਿਨ ਸੌਂ ਕੇ ਨਹੀਂ ਦੇਖਿਆ, 4-5 ਦਿਨ ਬਸ ਉਹ ਚੀਜ਼ ਵੱਧਦੀ ਗਈ, ਸਟਰੈਸ ਵੱਧਦਾ ਗਿਆ। ਕਿਉਂਕਿ ਸਰ ਮੈਂ ਬਹੁਤ ਔਖੀ ਪੜ੍ਹੀ ਸੀ, ਪਹਿਲਾਂ ਵੀ ਔਖੀ ਪੜ੍ਹ ਕੇ ਆਪਣੀ ਡਿਗਰੀ ਲਈ ਸੀ। ਮੇਰੇ ਫਾਦਰ ਦੀ ਡੈਥ 10th ਵਿੱਚ ਹੋ ਗਈ ਸੀ। ਮੈਂ ਬਹੁਤ ਮੁਸ਼ਕਿਲਾਂ ਭਰਪੂਰ ਜ਼ਿੰਦਗੀ ਜਿਹੜੀ ਜੀਵੀ ਆ, ਅਤੇ ਇਹ ਮਾਨਸਿਕ ਪੀੜਾ ਮੇਰੇ ਤੋਂ ਨਹੀਂ ਚੱਲੀ ਗਈ। ਮੈਨੂੰ ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰੇ ਬੱਚੇ ਨੇ, ਪਰ ਮੈਨੂੰ ਸਮਝ ਹੀ ਨਹੀਂ ਆਈ, ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਂ ਆਪਣੇ ਬੱਚਿਆਂ ਨੂੰ ਵੀ ਛੱਡ ਕੇ ਜਿਹੜੇ ਜਾਣ ਲਈ ਤਿਆਰ ਹੋ ਗਈ। ਇਸ ਹੱਦ ਤੱਕ ਇਹਨਾਂ ਨੇ ਮੈਨੂੰ ਮਾਨਸਿਕ ਲੈਵਲ 'ਤੇ ਜਿਹੜਾ ਪਰੇਸ਼ਾਨ ਕਰ ਦਿੱਤਾ ਸੀ। ਬੱਚਿਆਂ ਦੀ ਤਸਵੀਰ, ਪਰਿਵਾਰ ਦੀ ਤਸਵੀਰ, ਪਰਿਵਾਰ ਲਈ ਆਪਾਂ ਕਰਦੇ ਹਾਂ, ਇੱਕ ਪਲ ਲਈ, ਇੱਕ ਛਿਨ ਲਈ ਵੀ ਉਹ ਚੀਜ਼ਾਂ ਸਾਹਮਣੇ ਆਈਆਂ ਨਹੀਂ ਕਿ ਮੈਂ ਬੱਚਿਆਂ ਨੂੰ ਮਤਲਬ ਆਪਣੇ ਨਾਲ ਇਹ ਕੁਛ ਕਰਨ ਲੱਗੀ ਹਾਂ ਔਰ ਬੱਚਿਆਂ ਦਾ ਮਗਰੋਂ ਕੀ ਹੋਏਗਾ, ਇਹਨਾਂ ਚੀਜ਼ਾਂ ਨੂੰ ਇੰਨਾ ਹੀ ਡਿਪਰੈਸ਼ਨ ਆ ਗਿਆ? ਆਈਆਂ ਸਰ, ਇਹ ਵੀ ਆਈਆਂ ਸੀ। ਉਸ ਦਿਨ ਮੇਰਾ ਬੱਚਾ, ਗੁੜੀਆ ਮੇਰੀ ਪੰਜਾਬ ਯੂਨੀਵਰਸਿਟੀ ਹੈ, ਉਹਨੂੰ ਮੈਂ ਹੁਣ ਤੱਕ ਵੀ ਨਹੀਂ ਦੱਸਿਆ ਕੀ ਵਾਪਰਿਆ। ਬੇਟਾ ਉਸ ਦਿਨ 6 ਵਜੇ ਸਕੂਲ ਚਲਿਆ ਗਿਆ। ਪਤੀ ਮੇਰੇ ਇਸੇ ਕਾਲਜ ਵਿੱਚ ਨੇ, ਉਹ ਕਾਲਜ ਵਿੱਚ ਪੜ੍ਹਾਉਣ ਚਲੇ ਗਏ। ਬੇਟੇ ਨੇ ਮੈਨੂੰ ਜਾਣ ਲੱਗਿਆ ਪੁੱਛਿਆ ਕਿ ਮੰਮਾ ਅੱਜ ਤੁਸੀਂ ਨਹੀਂ ਕਾਲਜ ਜਾਓਗੇ? ਉਹ ਤਾਂ ਇੰਨਾ ਕਹਿ ਕੇ ਚਲਿਆ ਗਿਆ। ਮੇਰੇ ਉਹ ਸ਼ਬਦ ਗੂੰਜਦੇ ਰਹੇ। ਮੈਂ ਉਸ ਤੋਂ ਬਾਅਦ ਚੈਨ ਨਹੀਂ ਲੈ ਪਾਈ ਕਿ ਮੇਰਾ ਇਹਨਾਂ ਨੇ ਫਿਊਚਰ ਖ਼ਰਾਬ ਕਰ ਦਿੱਤਾ। ਅਤੇ ਖ਼ਾਸ ਕਰਕੇ ਇੱਕੋ ਬੰਦੇ ਨੇ ਜਿਹਨੂੰ ਅਸੀਂ ਵਾਰ-ਵਾਰ ਉਹਦੇ ਤਰਲੇ ਵੀ ਕਰਦੇ ਰਹੇ ਕਿ ਸਰ ਸਾਡੇ ਨਾਲ ਇਹ ਧੱਕਾ ਕਿਉਂ ਕੀਤਾ ਜਾ ਰਿਹਾ, ਸਾਡਾ ਕਸੂਰ ਕੀ ਹੈ। ਇੱਕ ਦਿਨ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ। ਮੈਂ ਆਪਣੀ ਅਪੁਆਇੰਟਮੈਂਟ ਲੈਟਰ, ਆਪਣੀ ਅਪਰੂਵਲ ਲੈਟਰ ਅਤੇ ਆਪਣੀ ਐਡ ਲੈ ਕੇ ਡਾਇਰੈਕਟਰ SP ਆਨੰਦ ਨੂੰ ਖੁਦ ਮਿਲੀ ਹਾਂ। ਮੈਂ ਇਹ ਗੱਲ ਕਹੀ ਹੈ ਕਿ ਸਰ ਆਹ ਦੇਖੋ, ਜੋ ਤੁਸੀਂ ਕਾਲਜ 'ਚ ਰੌਲਾ ਪਾ ਰਹੇ ਹੋ, ਤੁਸੀਂ ਮੈਨੂੰ ਕਿੱਥੇ ਬੁਲਾਇਆ ਇੱਕ ਕੋਰਸ ਲਈ? ਮੈਂ ਇਹ ਵੀ ਕਿਹਾ, ਮੈਂ ਇੰਨਾ ਸਮਾਂ ਲਾਇਆ ਪੜ੍ਹਨ ਲਿਖਣ 'ਤੇ, ਮੈਂ ਮੂਰਖ ਨਹੀਂ ਹੈਗੀ। ਜੇ ਤੁਸੀਂ ਮੈਨੂੰ ਉਸ ਟਾਈਮ 'ਤੇ ਐਡਵਰਟਾਈਜ਼ਮੈਂਟ ਵਿੱਚ ਲਿਖ ਦਿੰਦੇ ਕਿ ਭਾਈ ਤਾਂ ਅਸੀਂ ਤੁਹਾਨੂੰ MA ਲਈ ਰੱਖਣ ਲੱਗੇ ਹਾਂ, ਜੇ MA ਬੰਦ ਹੋ ਜਾਏਗੀ ਤਾਂ ਅਸੀਂ ਤੁਹਾਨੂੰ ਕੱਢ ਦਾਂਗੇ, ਅਤੇ ਮੇਰੇ ਲਈ 100 ਆਪਸ਼ਨ ਸੀ, ਮੈਂ ਚਲੀ ਜਾਂਦੀ ਕਿਤੇ ਹੋਰ। ਪਰ ਉਸ ਚੀਜ਼ ਦਾ ਕੋਈ ਅਸਰ ਨਹੀਂ ਹੋਇਆ। ਇਹ ਸਾਰੀ ਤੁਸੀਂ ਕਹਿੰਦੇ ਹੋ ਨਾ ਕਿ ਬੱਚਿਆਂ ਲਈ ਨਹੀਂ ਸੋਚਿਆ, ਸਭ ਕੁਝ ਸੋਚਿਆ। ਜੀਵਨ ਇੱਕ ਰੀਲ ਦੀ ਤਰ੍ਹਾਂ ਘੁੰਮ ਗਿਆ ਸੀ ਮੇਰੇ ਅੱਗੇ, ਪਰ ਉਸ ਤੋਂ ਬਾਅਦ ਅੰਧੇਰਾ, ਕੁਛ ਨਹੀਂ ਪਤਾ ਚੱਲਿਆ। ਇਹ ਜਿਹੜਾ ਫਿਰ ਤੁਸੀਂ ਘੁਟਨ ਸੀ ਤੁਹਾਡੇ ਅੰਦਰ, ਇਹ ਸਭ ਕੁਛ ਕਰਨ ਬਾਰੇ ਤੁਸੀਂ ਸੋਚਿਆ? ਪਰਿਵਾਰ ਦੇ ਕਿਸੇ ਮੈਂਬਰ ਨਾਲ ਡਿਸਕਸ ਨਹੀਂ ਕੀਤਾ ਵੀ ਮੇਰੀ ਜ਼ਿੰਦਗੀ ਮਤਲਬ ਇਸ ਕਿਨਾਰੇ ਤੱਕ ਪਹੁੰਚ ਚੁੱਕੀ ਹੈ ਕਿ ਸ਼ਾਇਦ ਮੈਂ ਇਹ ਸਟੈਪ ਵੀ ਲੈ ਸਕਦੀ? ਕਿਸੇ ਨਾਲ ਗੱਲ ਕੀਤੀ ਜਾਂ ਆਪਦੇ ਅੰਦਰ ਹੀ ਘੁੱਟਦੇ ਰਹੇ ਤੁਸੀਂ? ਨਹੀਂ ਸਰ, ਇਹੋ ਜਿਹੀ ਮੈਂ ਕੋਈ ਡਿਸਕਸ ਨਹੀਂ ਕੀਤੀ। ਹਾਂ, ਮੇਰੇ ਪਤੀ ਉਹ ਮੈਨੂੰ ਵਾਰ-ਵਾਰ ਹੌਸਲਾ ਦਿੰਦੇ ਰਹੇ ਕਿ ਜੋਬ ਜਿਹੜੀ ਹੈ ਸਾਰਾ ਕੁਝ ਨਹੀਂ ਹੁੰਦੀ, ਤੇਰੇ ਬੱਚੇ ਨੇ, ਸਾਡਾ ਜੀਵਨ ਹੈ, ਸਾਡੇ ਕੋਲ ਬਹੁਤ ਕੁਝ ਹੈ। ਅਤੇ ਇਸ ਚੀਜ਼ ਦਾ ਮੈਨੂੰ ਪਤਾ ਸੀ ਕਿ ਮਨੁੱਖ ਕੋਲ ਹਮੇਸ਼ਾ ਹੀ ਬਹੁਤ ਕੁਝ ਹੁੰਦਾ ਹੈ, ਉਹ ਖਾਲੀ ਕਦੇ ਨਹੀਂ ਹੁੰਦਾ। ਪਰ ਮਾਨਸਿਕ ਪੀੜਾ ਜਿਹੜੀ ਉਹ ਸਭ ਤੋਂ ਵੱਡੀ ਹੈ। ਮੈਨੂੰ ਲੱਗਦਾ ਹੈ ਕਿ ਉਹਨੂੰ ਸਿਆਣਾ ਬਿਆਣਾ ਬੰਦਾ ਵੀ ਕੰਟਰੋਲ ਕਰਨਾ ਮੁਸ਼ਕਿਲ ਹੈ। ਬਾਕੀ ਅਸੀਂ ਵੀ ਤੁਹਾਨੂੰ ਇਹ ਗੱਲ ਕਹਾਂਗੇ, ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਦੁਬਾਰਾ ਜ਼ਿੰਦਗੀ ਮਿਲੀ ਆ। ਕਿਉਂਕਿ ਤੁਸੀਂ ਤਾਂ ਸੁਸਾਈਡ ਕਰ ਲਿਆ ਸੀ, ਪਰ ਤੁਹਾਨੂੰ ਦੁਬਾਰਾ ਜ਼ਿੰਦਗੀ ਮਿਲੀ ਆ। ਜਿਹੜੀਆਂ ਔਕੜਾਂ ਨੇ ਉਹ ਜ਼ਿੰਦਗੀ 'ਚ ਆਉਂਦੀਆਂ ਨੇ। ਅਸੀਂ ਵੀ ਤੁਹਾਡੇ ਨਾਲ ਖੜ੍ਹੇ, ਅਗਰ ਤੁਸੀਂ ਸੱਚੇ ਹੋ ਤਾਂ ਅਸੀਂ ਹਰ ਪਲ ਨਾਲ ਆ, ਔਰ ਪੂਰਾ ਫਿਰੋਜ਼ਪੁਰ ਵੀ ਤੁਹਾਡੇ ਨਾਲ ਆ ਅਗਰ ਤੁਸੀਂ ਸੱਚਾਈ ਦੀ ਜਿੱਤ ਲੈਣੀ ਚਾਹੁੰਦੇ ਹੋ। ਪਰ ਇਸ ਤਰ੍ਹਾਂ ਦਾ ਸਟੈਪ ਅਸੀਂ ਵੀ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੇ ਨਾ ਚੱਕੋ। ਔਰ ਅੱਜ ਤੁਹਾਡੇ ਲਈ, ਤੁਹਾਨੂੰ ਪਤਾ ਤੁਹਾਡੇ ਪਿੱਛੇ ਉੱਥੇ ਕਾਲਜ ਦੇ ਬਾਹਰ ਪਿਛਲੇ ਕਿੰਨੇ ਦਿਨਾਂ ਤੋਂ ਲਗਾਤਾਰ ਧਰਨਾ ਲੱਗਿਆ ਹੋਇਆ? ਹਾਂਜੀ ਸਰ, ਪਤਾ ਜੀ ਮੈਨੂੰ। ਮੇਰੇ ਕੋਲ ਬਹੁਤ ਸਾਰੇ ਲੋਕ ਘਰ ਵੀ ਆ ਕੇ ਗਏ ਨੇ, ਜਿਨ੍ਹਾਂ ਨੇ ਭਰੋਸਾ ਦਵਾਇਆ ਕਿ ਅਸੀਂ ਤੇਰੇ ਨਾਲ ਹਾਂ। ਮੈਨੂੰ ਲੱਗਦਾ ਉਹਨਾਂ ਨੂੰ ਭਰੋਸਾ ਦਿਵਾਉਣਾ ਵੀ ਚਾਹੀਦਾ ਸੀ ਕਿ ਜਦੋਂ ਸਮਾਜ ਵਿੱਚ ਇਹੋ ਜਿਹਾ ਧੱਕਾ ਹੁੰਦਾ, ਉਹ ਇਕੱਲਾ ਸਾਡੇ ਨਾਲ ਨਹੀਂ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਲੋਕਾਂ ਨਾਲ ਹੋਵੇਗਾ। ਅਤੇ ਉਹ ਮੈਨੂੰ ਪਤਾ ਉਹ ਮੇਰੇ ਨਾਲ ਨੇ, ਅਤੇ ਅਸੀਂ ਜਿੱਤ ਜਾਵਾਂਗੇ ਜੰਗ। ਕੋਈ ਨਹੀਂ, ਥੋੜ੍ਹੇ ਸਮੇਂ ਦੀ ਪਰੇਸ਼ਾਨੀ ਹੈਗੀ ਹੈ, ਹੌਲੀ ਹੌਲੀ ਉਸ ਹਾਲਾਤ 'ਚੋਂ ਬਾਹਰ ਆ ਰਹੀ ਹਾਂ ਮੈਂ, ਅਤੇ ਜ਼ਰੂਰ ਲੜਾਂਗੇ। ਇਹ ਜਿਹੜਾ ਸਟੈਪ ਕਾਲਜ ਦੇ ਵੱਲੋਂ ਚੱਕਿਆ ਗਿਆ, ਉੱਥੇ ਧਰਨੇ 'ਚ ਵੀ ਗੱਲ ਵਾਰ-ਵਾਰ ਕਹੀ ਜਾ ਰਹੀ ਵੀ ਕਾਲਜ ਦੇ ਵੱਲੋਂ ਹੀ ਜਿਹੜਾ ਨੋਟਿਸ ਦਿੱਤਾ ਗਿਆ, ਕੀ ਲੱਗਦਾ ਯੂਨੀਵਰਸਿਟੀ ਦਾ ਕੋਈ ਇਨਵੋਲਵ ਹੈਗੀ ਸੀ ਵਿੱਚ, ਜਾਂ ਜਿਹੜਾ ਕੈਲੰਡਰ ਹੁੰਦਾ ਯੂਨੀਵਰਸਿਟੀ ਦਾ ਉਸ ਮੁਤਾਬਕ ਤੁਹਾਨੂੰ ਰਿਲੀਵ ਕੀਤਾ ਗਿਆ ਕਾਲਜ 'ਚੋਂ, ਜਾਂ ਕੋਈ ਆਪਦੇ ਵੱਲੋਂ ਹੀ ਕਾਲਜ ਨੇ ਕਰ ਦਿੱਤਾ ਗਿਆ? ਇਸ ਤਰ੍ਹਾਂ ਦਾ ਕੁਝ ਹੈ ਤੁਹਾਡੇ ਕੋਲ? ਨਹੀਂ ਸਰ, ਕੈਲੰਡਰ ਇੰਨਾ ਕੋਈ ਫੋਲੋ ਨਹੀਂ ਕੀਤਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸਾਡੀ ਜਿਹੜੀ ਸਿਲੈਕਸ਼ਨ ਹੈ ਉਹ ਪ੍ਰੋਪਰ ਚੈਨਲ ਥਰੂ ਹੋਈ ਸੀ, ਯੂਨੀਵਰਸਿਟੀ ਪੈਨਲ ਥਰੂ ਹੋਈ ਸੀ। ਯੂਨੀਵਰਸਿਟੀ ਦਾ ਜੇ ਮੈਂ ਕਹਾਂ ਸਾਨੂੰ ਕੱਢਣ ਵਿੱਚ ਤਾਂ ਕੋਈ ਯੋਗਦਾਨ ਨਹੀਂ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗੀ ਕਿ ਸਾਡੀ ਮੈਨੇਜਮੈਂਟ ਨੂੰ ਵੀ ਗੁੰਮਰਾਹ ਕੀਤਾ ਸਿਰਫ ਡਾਇਰੈਕਟਰ SP ਆਨੰਦ ਨੇ, ਕਿਉਂਕਿ ਮੈਂ ਪਿਛਲੇ 12 ਸਾਲ 13 ਸਾਲ ਤੋਂ ਉਸ ਮੈਨੇਜਮੈਂਟ ਦੇ ਨਾਲ ਕੰਮ ਕੀਤਾ। ਉਹ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਦੀ ਪਿਛਲੇ 1 ਸਾਲ ਤੋਂ ਹੋ ਗਈ।
ਹੂੰ ਤੁਸੀਂ ਰੈਗੂਲਰ ਉੱਥੇ ਜੌਬ ਕਰਦੇ ਸੀਗੇ ਤੇ ਆਧਾਰ ਕੀ ਬਣਾਇਆ ਗਿਆ ਕਿ ਆਖਰ ਤੁਹਾਨੂੰ ਕਾਲਜ ਤੋਂ ਬਾਹਰ 3 ਜਣਿਆਂ ਨੂੰ ਰਸਤਾ ਦਿਖਾਇਆ ਗਿਆ? ਉਹ ਆਧਾਰ ਕੀ ਸੀ ਕਿ ਤੁਸੀਂ ਤਾਂ ਰੈਗੂਲਰ ਸੀ ਉਹਦੇ ਵਿੱਚ? ਸਰ ਆਧਾਰ ਕੁਝ ਨਹੀਂ ਬਣਾਇਆ ਗਿਆ, 2 ਲਾਈਨਾਂ ਲਿਖ ਦਿੱਤੀਆਂ ਗਈਆਂ ਕਿ ਜਿਹੜੇ ਵਰਕਲੋਡ ਹੈ ਨਹੀਂ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਆਧਾਰ ਹੈ, ਕਿਉਂਕਿ ਸਾਡੇ ਤੋਂ ਜੂਨੀਅਰ ਟੀਚਰ, ਮੈਂ ਨਹੀਂ ਚਾਹੂੰਗੀ ਕਿ ਮੈਂ ਕਿਸੇ ਬੰਦੇ ਦਾ ਨਾਮ ਲਵਾਂ ਕਿ ਉਹਨੂੰ ਕੱਢ ਦਿੰਦੇ, ਕਿਉਂ ਜਾਵੇ? ਕਿਸੇ ਦੀ ਰੋਟੀ ਤਾਂ ਕਿਸੇ ਦੀ ਵੀ ਨਹੀਂ ਜਾਣੀ ਚਾਹੀਦੀ। ਪਰ ਮੈਂ ਫਿਰ ਵੀ ਇਹ ਗੱਲ ਲੌਜਿਕ 'ਤੇ ਕਰ ਰਹੀ ਹਾਂ ਕਿ ਸਾਡੇ ਤੋਂ ਜਿਹੜੇ ਜੂਨੀਅਰ 2 ਟੀਚਰ ਨੇ ਉਹ ਤਾਂ ਕੰਮ ਕਰ ਰਹੇ ਆ, ਅਤੇ ਵਰਕਲੋਡ ਦੀ ਕਿੱਥੇ ਸਮੱਸਿਆ ਸੀ ਜਿਹੜਾ ਸਾਨੂੰ ਇਹ ਕਹਿ ਕੇ ਤੋਰ ਦਿੱਤਾ ਗਿਆ ਕਿ ਵਰਕਲੋਡ ਹੈ ਨਹੀਂ। ਇੱਕ ਚੀਜ਼ ਇੱਥੇ ਹੋਰ ਬੜੀ ਜ਼ਰੂਰੀ ਆ ਪੁੱਛਣੀ ਤੁਹਾਡੇ ਤੋਂ ਕਿ ਜਿਹੜੀ ਤੁਹਾਨੂੰ ਤਨਖਾਹ ਆਉਂਦੀ ਸੀ ਜੀ, ਉਹ ਤਨਖਾਹ ਕਿੰਨੇ ਪ੍ਰਤੀਸ਼ਤ ਕਾਲਜ ਦੇ ਹਿੱਸੇ 'ਚੋਂ ਆਉਂਦੀ ਸੀ ਔਰ ਕਿੰਨੇ ਪ੍ਰਤੀਸ਼ਤ ਉਹਦੇ 'ਚ ਯੂਨੀਵਰਸਿਟੀ ਔਰ ਸਰਕਾਰ ਦਾ ਹਿੱਸਾ ਹੁੰਦਾ ਸੀ? ਕੁਝ ਇਸ ਤਰ੍ਹਾਂ ਦਾ ਪੈਟਰਨ ਹੈ ਇਹਨਾਂ ਦਾ? ਸਰ ਜਿਹੜੀ ਤਨਖਾਹ ਹੈ, ਜੇ ਸਰਕਾਰ ਦਾ ਕਮਾਂ ਤਾਂ ਉਹ ਏਡਡ ਪੋਸਟਾਂ ਵਾਸਤੇ ਉਹਨਾਂ ਦੀ ਏਡ ਹੁੰਦੀ ਹੈ, ਸਾਡੀਆਂ ਹੈਗੀਆਂ ਸੀ ਮੈਨੇਜਮੈਂਟ ਪੋਸਟਾਂ, ਪਰ ਇਹ ਪੈਸਾ ਮੈਨੇਜਮੈਂਟ ਦਾ ਨਹੀਂ ਹੈਗਾ, ਇਹ ਪੈਸਾ ਬੱਚਿਆਂ ਦੀਆਂ ਫੀਸਾਂ ਦਾ ਹੈ, ਜੋ ਫੀਸਾਂ ਇਕੱਠੀਆਂ ਹੁੰਦੀਆਂ ਸੀ ਉਹਨਾਂ ਦੇ ਆਧਾਰ 'ਤੇ ਸਾਨੂੰ ਸੈਲਰੀ ਦਿੱਤੀਆਂ ਜਾਂਦੀਆਂ, ਕੋਈ ਪੱਲਿਓਂ ਨਹੀਂ ਸੀ ਦੇ ਰਿਹਾ। ਬਿਲਕੁਲ। ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਤੁਹਾਡੇ ਸਾਥੀਆਂ ਵੱਲੋਂ, ਤੁਹਾਡੇ ਵੱਲੋਂ ਪੂਰਾ ਫਿਰੋਜ਼ਪੁਰ ਦੇ ਵਿੱਚ ਜਥੇਬੰਦੀਆਂ ਵੀ ਤੁਹਾਡੇ ਸਮਰਥਨ ਦੇ ਵਿੱਚ ਆਈਆਂ, ਕੀ ਲੱਗਦਾ ਕਿ ਜਿਹੜੀ ਤੁਹਾਡੇ ਨਾਲ ਇਹ ਕੁਝ ਹੋਇਆ ਕਿ ਇਹ ਜੰਗ ਤੁਸੀਂ ਵਾਕਿਆ ਜਿੱਤ ਪਾਓਗੇ? ਹਾਂਜੀ ਸਰ, ਜਿੱਤਾਂਗੇ ਜ਼ਰੂਰ, ਅਤੇ ਜਿਹੜੇ ਸਾਡੇ ਸਾਥੀ ਨੇ ਜਿਹੜਾ ਸਾਡਾ ਸਾਥ ਦੇ ਰਹੇ ਨੇ, ਜੇ ਮੈਂ ਤਾਂ ਇੱਕੋ ਗੱਲ ਅੱਗੇ ਵੀ ਕਹੀ ਹੈ, ਜੇ ਅਧਿਆਪਕ ਰੋਡ 'ਤੇ ਰੁਲ ਜਾਏਗਾ ਅਤੇ ਫਿਰ ਕੋਈ ਉਮੀਦ ਨਾ ਰੱਖੇ, ਨੇਸ਼ਨ ਜਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਦੀ ਉਮੀਦ ਨਾ ਰੱਖਣ, ਸਰਕਾਰਾਂ ਇਸ ਗੱਲ ਦੀ ਉਮੀਦ ਨਾ ਰੱਖਣ ਕਿ ਕੁਝ ਸੰਵਰ ਜਾਏਗਾ ਰਾਸ਼ਟਰ ਦਾ, ਕੁਝ ਨਹੀਂ ਸੰਵਰਨਾ।